ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਹੈ ਉਤਰ ਸਖੇ। ਜੋ ਸਾਡੇ ਸਰੀਰ ਨੂੰ ਸਾਫ਼ ਕਰਨ ਦੀਆਂ ਚੀਜ਼ਾਂ ਨੇ, ਜਿਹੜੇ ਸਾਰੀਆਂ ਪ੍ਰਣਾਲੀਆਂ ਸਰੀਰ ਨੂੰ ਸਾਫ਼ ਕਰਨ ਦੀਆਂ ਨੇ, ਉਹ ਮਨ ਨੂੰ ਸਾਫ਼ ਕਰਨ ਵਾਸਤੇ ਕੰਮ ਨਹੀਂ ਆਉਂਦੀਆਂ, ਮਤ ਨੂੰ ਸਾਫ਼ ਕਰਨ ਵਾਸਤੇ ਕੰਮ ਨਹੀਂ ਆਉਂਦੀਆਂ। ਜਿਹੜੀ ਸਾਡੀ ਸੋਚ ਹੈ ਉਸ ਦਾ ਸਾਬਣ, ਉਸ ਦਾ ਜ਼ਿਕਰ ਇਹ ਪੌੜੀ ਕਰ ਰਹੀ ਹੈ। ਔਰ ਇਹ ਬਹੁਤ ਇੱਕ ਗਹਿਰਾ ਵਿਸ਼ਾ, ਗੰਭੀਰ ਵਿਸ਼ਾ ਔਰ ਤਤ ਵਿਸ਼ਾ, ਜਿਹੜਾ ਨਾਮ ਦਾ ਤਤ ਹੈ। ਤਤ ਗਿਆਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇੱਕ ਅੱਖਰ ਦੀ ਜਦੋਂ ਗੱਲ ਹੁੰਦੀ ਹੈ ਤਾਂ ਉਸ ਵੇਲੇ ਇਸ਼ਾਰਾ ਨਾਮ ਵੱਲ ਹੁੰਦਾ ਹੈ। ਨਾਮ ਜਿਸ ਦਾ ਇੱਕ ਪਸਾਰਾ ਹੈ ਬਾਹਰੀ, ਜੇਤਾ ਕੀਤਾ ਤੇਤਾ ਨਾਉ, ਇਹ ਨਾਮ ਦਾ ਸਾਰਾ ਪਸਾਰਾ। ਇੱਕ ਅਸੀਂ ਉਸ ਪਸਾਰੇ ਵਿੱਚੋਂ ਪ੍ਰਭੂ ਦਾ ਅਹਿਸਾਸ, ਬਲਿਹਾਰੀ ਕੁਦਰਤ ਵਸਿਆ, ਮੈਂ ਬਲਿਹਾਰੇ ਜਾਣਾ ਕਿ ਉਹ ਕੁਦਰਤ ਦੇ ਵਿੱਚ ਆਪ ਵਸਿਆ ਹੋਇਆ ਹੈ। ਤੋ ਇਸ ਪਸਾਰੇ ਚੋਂ ਨਾਉ ਵੀ ਸਟਾਰਟ ਰਿਲੇਟਿੰਗ ਟੂ ਇਟ। ਅਸੀਂ ਹੁਣ ਉਸ ਦੇ ਨਾਲ ਸੰਬੰਧ ਸਥਾਪਿਤ ਕਰਨਾ ਸ਼ੁਰੂ ਕਰਦੇ ਹਾਂ ਕਿ ਸਾਨੂੰ ਅਹਿਸਾਸ ਹੈ ਕਿ ਉਹ ਹੈ। ਇੱਕ ਅਹਿਸਾਸ ਇਹ ਹੈ ਕਿ ਉਹ ਇਸ ਕੁਦਰਤ ਵਿੱਚ ਹੈ, ਤਾਂ ਇੱਕ ਦੂਸਰਾ ਅਹਿਸਾਸ ਨੈਕਸਟ ਲੈਵਲ ਕਿ ਉਹ ਮੇਰੇ ਅੰਦਰ ਹੈ, ਔਰ ਮੇਰੇ ਅੰਦਰ ਹੋ ਕੇ ਉਹ ਮੇਰੇ ਅੰਦਰ ਦੀ ਜਾਣਦਾ ਹੈ। ਘਟ ਘਟ ਕੇ ਅੰਤਰੇ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਨਾਮ ਦੀ ਆ ਜਿਹੜੀ ਅਹਿਸਾਸ ਹੈ, ਇਹ ਨਾਮ ਦੀ, ਇਸ ਨੂੰ ਗੁਰਬਾਣੀ ਕਹਿੰਦੇ ਨਾਮ ਦੀ ਰੰਗਣ। ਰੰਗਣ ਮਤਲਬ ਕਿ ਉਹ ਅਹਿਸਾਸ ਕਿ I am never alone, I always am in a company, and that company is नाम। तो ये पहला एहसास था ये कि जो कुछ जेता कीता तेता नाउ, ये जो सारा कुछ, सारा पसारा है, ये सारा उसदा है। उस तो बाद ਉਹ ਸਿਰਫ ਇਹ ਪਸਾਰਾ ਬਾਹਰ ਤੱਕ ਸੀਮਤ ਨਹੀਂ ਹੈ, ਜਿਹੜਾ ਮੇਰੇ ਇਟਸ ਨਾਟ ਫॉर ਮੀ ਟੂ ਜਸਟ ਲੁੱਕ ਅਰਾਊਂਡ। that ਪਸਾਰਾ ਫਰਦਰ ਸਾਡੇ ਮੇਰੇ ਅੰਦਰ ਤੱਕ ਪਹੁੰਚ ਕਰਦਾ। ਇਟ ਆਊਟਰੀਚਸ ਵਿਦਨ ਮੀ। तो मैं उस पसारे विच ਉਹ ਬੂੰਦ ਹੋ ਜਾਣਾ ਜਿਹੜੀ ਸਾਗਰ ਦੇ ਵਿੱਚ ਬੂੰਦ ਵੀ ਹੈ ਪਰ ਸਾਗਰ ਵਿੱਚ ਹੀ ਹੈ। ਸਾਗਰ ਉਹ ਸਾਗਰ ਹੀ ਹੈ। ਬੂੰਦ ਸਾਗਰ ਉਦੋਂ ਹੁੰਦੀ ਹੈ ਜਦੋਂ ਬੂੰਦ ਨੂੰ ਇਹ ਅਹਿਸਾਸ ਹੋ ਜਾਏ। ਨਹੀਂ ਤਾਂ ਬੂੰਦ ਮਰਦੀ ਹੈ, ਜਿਉਂਦੀ ਹੈ ਆਪਣਾ ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਆਪਣੀ ਹਉ ਦੇ ਵਿੱਚ ਕਿ ਮੈਂ ਬੂੰਦ, ਇਹ ਮੇਰੇ ਨਾਲ ਵਾਲੀ ਗਵਾਂਢੀ ਬੂੰਦ। ਹੁਣ ਉਹ ਨਹੀਂ ਰਹੀ, ਹੁਣ ਮੈਂ ਹੈਗੀ ਹਾਂ। This is ਹਉ। ਹਉ ਮੈਂ ਨਾਵੇਂ ਨਾਲ ਵਿਰੋਧ ਹੈ, ਦੋ ਨਾ ਬਸੈ ਇੱਕ ਠਾਏ। ਇੱਕ ਠਾਏ ਇੱਕੋ ਜਗ੍ਹਾ ਤੇ ਦੋਨੇ ਨਹੀਂ ਰਹਿ ਸਕਦੇ, ਕਿਉਂਕਿ ਜਾਂ ਤੇ ਬੂੰਦ ਕਹੇ ਮੈਂ ਸਾਗਰ ਹਾਂ ਤਾਂ ਫਿਰ ਬੂੰਦ ਨਹੀਂ ਹੋ ਸਕਦੀ, ਜੇ ਬੂੰਦ ਕਹੇ ਮੈਂ ਬੂੰਦ ਹਾਂ ਫਿਰ ਉਹ ਸਾਗਰ ਨਹੀਂ ਹੋ ਸਕਦਾ। ਇਹ ਉਹ ਸਾਬਣ ਹੈ ਨਾਮ ਦਾ, ਇਹ ਰੰਗਣ ਹੈ ਨਾਮ ਦੀ। ਇਹ ਗੁਰੂ ਸਾਹਿਬ ਬਹੁਤ ਇੱਕ ਸਿੰਪਲ ਰੋਜ਼ਮਰਾ ਦਾ ਸਾਨੂੰ ਇਹ ਦੇ ਰਹੇ ਨੇ। ਭਰੀ ਹੈ ਹੱਥ ਪੈਰ ਤਨ ਦੇਹ। ਭਰੀ ਹੈ, ਪਹਿਲਾ ਸਾਡੇ ਕੋਲ ਪੌੜੀ ਦਾ ਸ਼ਬਦ ਆਇਆ ਭਰੀ ਹੈ। ਗੁਰਬਾਣੀ ਨੂੰ ਜਦੋਂ ਅਸੀਂ ਇੰਟਰਪ੍ਰੀਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਡੇ ਕੋਲ ਤਿੰਨ ਪੜਾਅ ਹੁੰਦੇ ਨੇ। ਪਹਿਲਾ ਹੁੰਦਾ ਹੈ ਸ਼ਾਬਦਿਕ ਅਰਥ। ਸ਼ਾਬਦਿਕ ਅਰਥ ਮਤਲਬ ਜਿਸ ਤਰ੍ਹਾਂ ਵਰਡ ਬਾਈ ਵਰਡ ਮੀਨਿੰਗ, ਹਰ ਸ਼ਬਦ ਦਾ ਅਰਥ, ਸ਼ਾਬਦਿਕ ਅਰਥ। ਫਿਰ ਅਸੀਂ ਦੇਖਦੇ ਹਾਂ ਵੀ ਇਸ ਸ਼ਬਦ ਦੇ ਪਿੱਛੇ ਭਾਵਨਾ ਕੀ ਹੈ। ਇਹਦਾ ਦੂਜਾ ਪੜਾਅ ਹੁੰਦਾ ਹੈ ਭਾਵ ਅਰਥ, ਇਹਦੀ ਭਾਵ ਦੇਖੀ ਅਸੀਂ। ਤੀਸਰਾ ਆਉਂਦਾ ਹੈ
ਕਿ ਇਹਦੇ ਪਿੱਛੇ ਵਿਆਕਰਣ ਕੀ ਹੈ, ਇਹਦਾ ਵਿਆਕਰਣ ਦਾ ਇਹਦਾ ਇੰਟਰਪ੍ਰੀਟੇਸ਼ਨ, ਗ੍ਰਾਮੈਟਿਕਲ ਇੰਟਰਪ੍ਰੀਟੇਸ਼ਨ ਕੀ ਹੈ। तो लाइक दैट इस तरह किया जाता है। पहला जिहड़ा पड़ाव है शाब्दक अर्थ, कई बारी असी टपला खाने आ। एक विडंबना यह है कि गुरबाणी की लिपि नूं पंजाबी ने अडॉप्ट किया। लिपि गुरु साहब ने गुरबाणी लई तैयार की। गुरमुखी लिपि पहला गुरबाणी लई है। पाकिस्तान च पंजाबी साडे तो ही प्यारी ओरिजिनल पंजाबी बोली जाती है, पर उन्हां कोल गुरमुखी लिपि नहीं है। वो लिखते शाहमुखी च ने। पाकिस्तान की पंजाबी की लिपि शाहमुखी है। गुरबाणी की लिपि नूं पंजाबी ने अडॉप्ट किया या गुरबाणी ने पंजाबी नूं ये भेंट दी। हो की गया कि हुण साडे कोल दो भाषावां ने, एक गुरबाणी की भाषा, एक पंजाबी की भाषा, ते दोनों की लिपि है कॉमन, विच इज गुरमुखी लिपि। हुण की होया कि इन्हां अखरां च पंजाबी की भाषा ने कुछ बदलाव करने शुरू किए। जिवें 35 अखरी जदों गुरबाणी की गुरमुखी लिपि सी, गुरु साहब ने 35 अखर इसदे स्थापित किए। ये वाले अखर ने। उस समय कुछ अखर सीगे जिवें संस्कृत उस तो पहला दी है, हिंदी संस्कृत चों पैदा हुई, वो भी पहला दी है। तां वो उस वेले एक फॉर एग्जाम्पल अखरां च जे असीं देखिए भी गुरबाणी की लिपि गुरमुखी लिपि दा विलक्षणता की है कि अखर सीगे पहला, पर उन्हां अखरां नूं संजो के घड़ी गई लिपि गुरमुखी लिपि। और ये जो लिपि है इहदे विच गुरु साहब ने देखा कि किहड़ा अखर पाना है। अखर मतलब लैटर, जितो वर्ड्स बनते हैं शब्द। हुण शब्दां दे विच जिस तरह की धुनी चाहिदी है, क्योंकि ये लोक जाने यह गीत है, ये तो ब्रह्म विचार, ये जो ब्रह्म विचार है, ये जो अकाल पुरख दा रब्बी ज्ञान है, उसनूं पुट फॉरवर्ड करन लई, उसनूं दर्शाउण लई विशेष विलक्षण धुनियां दी लोड़ है। वो धुनियां नूं आकार देना है अखरां ने। अखरां नूं लगियां होईयां लग मात्रावां ने। तो इस दी चोण गुरु साहब ने जदों कीती तां फॉर एग्जाम्पल उस वेले शशा सी। कई इस तरह अजकल बोलते हैं कि लिखते ने, इस तरह की गल करते हैं कि ये शशा हुण दे विग्यानियां ने, हुण दे माहरां ने सोचिया कि शशा होना चाहिए है, वो गुरबाणी वेले शशा नहीं सी। ये बिल्कुल गलत है। शशा उस वेले सी, एक तो ज्यादा शशे सी। असी देखो हिंदी च एक रारे दे उपर घुमा के शशा लिखते हैं, एक पप्पा जे लिखिए ਉਹਦੇ पेट च ਆਪਾਂ जे लीक मारी वो ਵੱਖਰਾ तरह का शशा है। दो तरह के शशे तो यही ने। ये सारे उस वेले सी। गुरु साहब ने इन्हां नूं उस वेले गुरबाणी दी गुरमुखी लिपि विच जगह नहीं दिती। ये शशे शामिल नहीं हुए। शशे शामिल गुरु साहब ने नहीं कीते। ये साडे विग्यानियां दी, महारां दी हुण दी कोई काट नहीं है जिसनों जिहड़ी 35 अखरी तो इस वेले पहले 40 अखरी की ते हुण 41 अखर तक पहुंच गए। पर जी सदके 41 दे 45 करिए, 55 करिए, पंजाबी विच जो मर्जी करिए। पंजाबी भाषा दे विच जेड़े भी बदलाव हो रहे ने, इन्हां नूं गुरबाणी ते लागू करन दी कोशिश करनी, ये इयाणापन है। जिहड़ियां साडे पास समस्यावां ने वो इस करके ने कि दो भाषावां बिल्कुल अड्डो अड्ड ने, विलक्षण ने एक दूजे तो। इन्हां विच बहुत थोड़ी सांझ है। जिहड़ी सांझ है वो ज्यादातर गुरमुखी लिपि की सांझ है। गुरमुखी लिपि ओरिजिनली मूलक तौर पे बनी है गुरबाणी लई, गुरु साहब ने बनाई। अखर पहला तो सी, अखरां नूं संजो के गुरमुखी लिपि गुरु साहब ने बनाई। गुरमुखी लिपि चो गुरबाणी दे विच जिहड़े शब्द ने उन्हां दे जो अर्थ ने, जो हुण आपां शाब्दक अर्थ ते वापस आने आ,
ਸ਼ਾਬਦਿਕ ਅਰਥ ਜਦੋਂ ਅਸੀਂ ਕਹਿੰਦੇ ਆ ਵੀ ਇਹ ਜੀ ਸ਼ਾਬਦਿਕ ਅਰਥ ਹੈ, ਤੇ ਉਹਦਾ ਅਰਥ ਪੰਜਾਬੀ ਵਾਲਾ ਨਹੀਂ ਥੋਪ ਸਕਦੇ ਅਸੀਂ। ਸਾਨੂੰ ਇਹ ਦੇਖਣਾ ਪਏਗਾ ਇਸ ਸ਼ਾਬਦਿਕ ਅਰਥ ਦਾ ਗੁਰਬਾਣੀ ਵਿੱਚ ਕੀ ਮਤਲਬ ਹੈ। ਇਸ ਪੌੜੀ ਦਾ ਪਹਿਲਾ ਸ਼ਬਦ ਹੈ ਭਰੀ ਹੈ। ਭਰੀ ਹੈ ਪੰਜਾਬੀ ਵਿੱਚ ਕੀ ਹੁੰਦਾ ਹੈ? ਕਿਸੇ ਚੀਜ਼ ਨੂੰ ਭਰ ਲੈਣਾ। ਪੋਟਲੀ ਭਰ ਲਓ, ਬਾਲਟੀ ਭਰ ਲਓ, ਕੋਈ ਚੀਜ਼ ਭਰ ਲਓ, ਕਮਰਾ ਭਰ ਦਿਓ, ਕਿਸੇ ਚੀਜ਼ ਨੂੰ ਭਰਨਾ, ਇਹ ਹੈ ਭਰੀ ਹੈ। ਪਰ ਕੋਈ ਚੀਜ਼ ਦਾ ਮੈਲਾ ਹੋ ਜਾਣਾ, ਇਹ ਅਸੀਂ ਭਰੀਏ ਵਾਸਤੇ ਕਦੀ ਪੰਜਾਬੀ ਚ ਇਸਤੇਮਾਲ ਨਹੀਂ ਕਰਦੇ। ਤਾਂ ਜਦੋਂ ਅਸੀਂ ਸ਼ਾਬਦਿਕ ਅਰਥ ਕਰਦੇ ਹਾਂ ਤਾਂ ਅਸੀਂ ਇਹ ਨਹੀਂ ਸਾਨੂੰ ਕਹਿਣਾ ਚਾਹੀਦਾ ਕਿ ਇਹ ਵਾਲਾ, ਜਦੋਂ ਅਸੀਂ ਸ਼ਾਬਦਿਕ ਅਰਥ ਕਰਦੇ ਹਾਂ ਤੇ ਸ਼ਾਬਦਿਕ ਅਰਥ ਵੀ ਸਾਨੂੰ ਗੁਰਬਾਣੀ ਦਾ ਸ਼ਾਬਦਿਕ ਅਰਥ ਲੈਣਾ ਪਏਗਾ। ਜਿੱਥੇ ਜਿੱਥੇ ਵਖਰੇਵਾਂ, ਸਤਨਾਮ, ਉਸਦਾ ਨਾਮ ਸੱਚਾ ਹੈ, ਕਿਉਂਕਿ ਸਤ ਪੰਜਾਬੀ ਵਿੱਚ ਕੇਵਲ ਸੱਚਾ ਹੁੰਦਾ ਹੈ। ਸਤ ਪੰਜਾਬੀ ਵਿੱਚ ਕਦੀ ਸਥਿਰ ਨਹੀਂ ਹੁੰਦਾ। ਗੁਰਬਾਣੀ ਵਿੱਚ ਸਤ ਸੱਚਾ ਵੀ ਹੈ ਪਰ ਸਤ ਸਥਿਰ ਵੀ ਹੈ। ਗੁਰਬਾਣੀ ਵਿੱਚ ਗਾਵੇ, ਗਾਣਾ ਵੀ ਹੈ, ਪਰ ਗਾਵੇ ਸਮਝਣਾ ਵੀ ਹੈ। ਪੰਜਾਬੀ ਵਿੱਚ ਭਰੀਏ ਕੇਵਲ ਭਰਨਾ ਹੈ, ਗੁਰਬਾਣੀ ਵਿੱਚ ਭਰੀਏ ਭਰਨਾ ਵੀ ਹੈ, ਪਰ ਭਰੀਏ ਮੈਲਾ ਹੋਣਾ ਵੀ ਹੈ। ਭਰੀਏ ਹੱਥ, ਭਰੀਏ ਪੈਰ, ਭਰੀਏ ਤਨ, ਭਰੀਏ ਦੇਹ। ਤੋ ਦੇਹ ਭਰੀਏ ਕਿਵੇਂ, ਤਨ ਭਰੀਏ ਕਿਵੇਂ, ਪੈਰ ਭਰੀਏ ਕਿਵੇਂ, ਹੱਥ ਭਰੀਏ ਕਿਵੇਂ। ਹੱਥ ਮੈਲਾ ਹੋ ਜਾਏ, ਜੇਕਰ ਪੈਰ ਮੈਲਾ ਹੋ ਜਾਏ, ਜੇਕਰ तेरा शरीर मैला हो जाए, तेरी देह मैली हो जाए, ਭਰੀਏ। ਜੇਕਰ ਮੈਲੀ ਹੋ ਜਾਏ, ਇਹ ਇੱਕ ਵੱਖਰੇ ਤੌਰ ਤਰ੍ਹਾਂ ਇੱਕ ਜਿਸ ਤਰ੍ਹਾਂ ਕਾਲ ਹੁੰਦੇ ਨੇ ਨਾ, ਕਿ ਭੂਤ ਕਾਲ, ਵਰਤਮਾਨ ਕਾਲ, ਭਵਿੱਖ ਕਾਲ, ਇਹ ਕਹਿੰਦਾ ਸੰਭਾਵੀ ਭਵਿੱਖ ਕਾਲ, ਕਿ ਇੱਕ ਨਾ ਜਸਟ ਸੰਭਾਵਨਾ ਹੋ ਰਹੀ ਹੈ। ਇਹ ਵੀ ਜਿੱਥੇ ਹੁਣ ਇਹ ਆ ਗਿਆ, ਜਿਹੜੇ ਵੀ ਤੁਕ ਵਿੱਚ ਜੇ ਤੋਂ ਸ਼ੁਰੂ ਹੁੰਦੀ ਜੇ, ਉਹ ਤਾਂ ਸਾਰੇ ਸੰਭਾਵੀ ਭਵਿੱਖ ਕਾਲ ਦੀਆਂ ਤੁਕਾਂ ਨੇ। ਇੱਥੇ ਜੇ ਲਿਖਿਆ ਨਹੀਂ ਹੋਇਆ, ਪਰ ਜੇ ਛੁਪਿਆ ਹੋਇਆ ਨਾਲ। ਭਰੀ ਹੈ, ਜੇ ਭਰੀਏ, ਜੇ ਹੱਥ ਭਰੀਏ, ਜੇ ਪੈਰ ਭਰੀਏ, ਜੇ ਤਨ ਭਰੀਏ, ਜੇ ਦੇਹ ਭਰੀਏ। ਉਹ ਜੇ ਜੋ ਛੁਪਿਆ ਹੈ, ਇਸ ਨੂੰ ਬਣਾਉਂਦਾ ਹੈ ਸੰਭਾਵੀ ਭਵਿੱਖ ਕਾਲ। ਭਰੀਏ ਹੱਥ, ਪੈਰ, ਤਨ, ਦੇਹ। ਗੁਰਬਾਣੀ ਵਿੱਚ ਔਂਕੜ ਲੱਗਦਾ ਹੈ ਜਦੋਂ ਇੱਕ ਵਚਨ ਹੋਏ। ਹੱਥ ਔਂਕੜ, ਇਸ ਦਾ ਜਦੋਂ ਅਸੀਂ ਉਚਾਰਨ ਕਰਦੇ ਹਾਂ, ਹੱਥ ਹੱਥ, ਪੈਰ ਪੈਰ, ਤਨ ਤਨ, ਜਿਹੜਾ ਅਸੀਂ ਇਹ ਥੱਥਾ, ਰਾਰਾ ਤੇ ਨੰਨਾ, ਇਹ ਮੁਕਤਾ, ਇਹ ਮੁਕਤਾ ਦੀ ਧੁਨੀ ਹੈ। ਮੁਕਤਾ ਇੱਕ ਲੱਗ ਹੈ, 10 ਲੱਗਾ ਨਹੀਂ, 10 ਲੱਗਾ ਵਿੱਚੋਂ ਇੱਕ ਲੱਗ ਮੁਕਤਾ ਹੈ। ਮੁਕਤੇ ਦੀ ਦੀਰਘ ਧੁਨੀ ਹੱਥ, ਪੈਰ, ਤਨ, ਤੋਂ ਪੈਰ ਤੋਂ ਪੈਰ, ਤਨ ਤੋਂ ਤਨ, ਹੱਥ ਤੋਂ ਹੱਥ। ਇਹ ਜਿਹੜਾ ਦੀਰਘ, ਮੁਕਤੇ ਦੀ ਦੀਰਘ ਧੁਨੀ, ਇਹ ਦਰਸਾ ਦਿੰਦੀ ਹੈ ਗੁਰਬਾਣੀ ਸਰਵਣ ਕਰਨ ਵਾਲੇ ਨੂੰ ਕਿ ਇੱਥੇ ਔਂਕੜ ਲੱਗੇ ਹੋਏ ਨੇ। ਇਹਦਾ ਮਤਲਬ ਇਹ ਇੱਕ ਵਚਨ ਹੈ, ਇਹ ਇੱਕ ਹੱਥ ਦੀ ਗੱਲ ਹੋ ਰਹੀ ਹੈ। ਵਿਆਖਿਆ ਕੀ ਕਰਾਂਗੇ? ਜੇਕਰ ਹੱਥ ਮੈਲਾ ਹੋ ਜਾਏ, ਜੇਕਰ ਪੈਰ ਮੈਲਾ ਹੋ ਜਾਏ, ਜੇਕਰ ਤਨ ਮੈਲਾ ਹੋ ਜਾਏ, ਜੇਕਰ ਦੇਹ ਮੈਲੀ ਹੋ ਜਾਏ। ਹੁਣ ਆ ਦੇਹ ਵੀ ਤਾਂ ਇੱਕ ਵਚਨ ਹੈ, ਇਹਦਾ ਹਾਹੇ ਦਾ ਔਂਕੜ ਵੀ ਤਾਂ ਹੁੰਦਾ। ਇੱਥੇ ਹਾਹੇ ਦਾ ਔਂਕੜ ਕਿਉਂ ਨਹੀਂ ਹੈ? ਇਸ ਦੇ ਨਾਲ ਸਾਡੇ ਸਾਹਮਣੇ ਇੱਕ ਗੁਰਬਾਣੀ ਵਿਆਕਰਣ ਦਾ ਸ਼ੁਰੂਆਤੀ ਨਿਯਮ ਸਾਡੇ ਸਾਹਮਣੇ ਆਇਆ ਕਿ ਔਂਕੜ ਲੱਗਦਾ ਹੈ ਜਦੋਂ ਇੱਕ ਵਚਨ ਹੋਏ, ਪਰ ਉਸ ਦੇ ਨਾਲ ਇੱਕ ਹੋਰ ਸ਼ਰਤ ਹੈ ਜਿਹੜੀ ਪੂਰੀ ਹੋਣੀ ਚਾਹੀਦੀ ਹੈ। ਔਂਕੜ ਤਾਂ ਲੱਗਦਾ ਹੈ ਜੇ ਇੱਕ ਵਚਨ ਦੇ ਨਾਲ ਪੁਲਿੰਗ ਵੀ ਹੋਏ। ਤਾਂ ਜਿੱਥੇ ਜਿੱਥੇ ਔਂਕੜ ਲੱਗਿਆ ਹੋਇਆ, ਜਿੱਥੇ ਜਿੱਥੇ ਕਿਸੇ ਨਾਮ ਨੂੰ ਔਂਕੜ ਲੱਗਿਆ ਹੋਇਆ, ਹੱਥ ਵੀ ਨਾਮ ਹੈ, ਪੈਰ ਵੀ ਨਾਮ ਹੈ, ਤਨ ਵੀ ਨਾਮ ਹੈ, ਦੇਹ ਵੀ ਨਾਮ ਹੈ,
ਨਾਉਨ, ਨਾਮ। ਜੇ ਔਂਕੜ ਲੱਗਿਆ ਹੋਇਆ ਤਾਂ ਉਹ ਦੋ ਗੱਲਾਂ ਦੱਸ ਰਿਹਾ ਹੈ ਉਸ ਨਾਮ ਬਾਰੇ। ਇਹ ਪੁਲਿੰਗ ਵੀ ਹੈ, ਇੱਕ ਵਚਨ ਵੀ ਹੈ। ਇਹਦਾ ਮਤਲਬ ਇਸ ਦੀ ਵਿਆਖਿਆ ਚ ਇਹ ਕਰਾਂਗੇ, ਜੇਕਰ ਹੱਥ ਮੈਲੇ ਹੋ ਜਾਣ ਨਹੀਂ, ਪੈਰ ਮੈਲੇ ਹੋ ਜਾਣ ਨਹੀਂ, ਜੇ ਹੱਥ ਮੈਲਾ ਹੋ ਜਾਵੇ, ਜੇਕਰ ਹੱਥ ਭਰੀਏ, ਜੇਕਰ ਇੱਕ ਪੈਰ ਭਰ ਲਈਏ, ਜੇਕਰ ਤਨ ਭਰੀਏ। ਦੇਹ ਤੇ ਕਿਉਂ ਨਹੀਂ ਆਇਆ? ਦੇਹ ਵੀ ਇੱਕ ਹੈ, ਕਿਉਂਕਿ ਸਾਰਾ ਤੁਕ ਹੀ ਇੱਕ ਦੇ ਹਿਸਾਬ ਨਾਲ ਚੱਲ ਰਹੀ ਹੈ, ਇੱਕ ਵਚਨ। ਕਿਉਂਕਿ ਦੇਹ ਨੇ ਦੋ ਸ਼ਰਤਾਂ ਪੂਰੀਆਂ ਕਰਨੀਆਂ ਸੀ। ਇੱਕ ਸ਼ਰਤ ਹੈ ਕਿ ਇੱਕ ਵਚਨ ਤਾਂ ਹੈ ਦੇਹ। दूसरी शर्त है पुलिंग। देह मेरी देह है, हमेशा मेरा देह नहीं होती। और एक कोई नाम जिहड़ा है ये पुलिंग है कि स्त्रीलिंग है, तो इसनों सब तो सौखा तरीका यह है कि उहदे ते मेरा लगेगा कि मेरी लगेगा। हथ मेरा, मेरी हथ नहीं। पैर मेरा, मेरी पैर नहीं। तन मेरा, मेरी तन नहीं। पर देह मेरी, मेरा देह नहीं। इस करके देह हो गया स्त्रीलिंग। स्त्रीलिंग होने करके ये एक वचन होने के बावजूद औंकड़ इहदे ते नहीं लग सकिया, इत्ते नहीं लग सकता औंकड़। तो इस तरह भरिए हथ, पैर, तन, देह। हुण आया देह दा उच्चारण। असी हथ, पैर, तन दे नाल असी गुरबाणी सरवण करन वाले नूं ਇਹ ਜੋ ਉਚਾਰਨ ਪ੍ਰਣਾਲੀ ਹੈ, ਇਸ ਨੂੰ ਅਸੀਂ ਕਹਿੰਦੇ ਆ ਗੁਰਬਾਣੀ ਵਿਆਕਰਣ ਆਧਾਰਿਤ ਉਚਾਰਨ ਪ੍ਰਣਾਲੀ। ਗੁਰਬਾਣੀ ਵਿਆਕਰਣ ਆਧਾਰਿਤ। ਬਹੁਤੀਆਂ ਉਚਾਰਨ ਪ੍ਰਣਾਲੀਆਂ ਪੰਜਾਬੀ ਵਿਆਕਰਣ ਆਧਾਰਿਤ ਨੇ। तो ਇਹ ਉਚਾਰਨ ਪ੍ਰਣਾਲੀ ਹੈ। ਇਸ ਤਰ੍ਹਾਂ ਹੱਥ, ਪੈਰ, ਤਨ। ਵਿਗਾੜ ਵੀ ਨਹੀਂ ਹੋਇਆ, ਹੱਥ ਨੂੰ ਹੱਥ ਸੁਣਿਆ। ਜਿਸ ਨੂੰ ਕੁਝ ਨਹੀਂ ਪਤਾ ਨੂੰ ਹੱਥ ਹੀ ਸੁਣ ਰਿਹਾ, ਪਰ ਜਿਸ ਨੂੰ ਪਤਾ ਹੈ, ਜੇ ਸੁਣਨ ਵਾਲਾ ਤੇ ਬੋਲਣ ਵਾਲੇ ਦੋਨੇ ਜਾਣਕਾਰ ਨੇ, ਤਾਂ ਇਹ ਵਾਲੀ ਜਾਣਕਾਰੀ ਜਾ ਰਹੀ ਹੈ ਕਿ ਮੈਂ ਇੱਕ ਹੱਥ ਦੀ ਗੱਲ ਕਰ ਰਹੀ ਕੀਤੀ ਹੈ। ਸਰਵਣ ਕਰਨ ਵਾਲਾ ਅੱਖਾਂ ਮੂੰਦ ਕੇ ਸੰਗਤ ਵਿੱਚ ਬੈਠਾ ਹੈ, ਉਹ ਸਮਝ ਰਿਹਾ, ਹਾਂ ਮੈਂ ਸਮਝ ਗਿਆ, ਇੱਕ ਹੱਥ ਦੀ ਗੱਲ ਹੋਈ ਹੈ। ਪਰ ਇਹ ਹੱਥ, ਪੈਰ, ਤਨ, ਦੇਹ। ਜਿਹੜਾ ਵੀ ਸ਼ਬਦ ਹਾਹੇ ਨਾਲ ਅੰਤ ਕਰਦੇ, ਅੰਤਕ, ਅਕਾਰਾਂਤਕ। ਅਕਾਰਾਂਤਕ ਮਤਲਬ ਇਹੋ ਜਿਹੇ ਵਿਅੰਜਨ ਨਾਲ ਖਤਮ ਹੋ ਰਿਹਾ ਹੈ। ਵਿਅੰਜਨ ਕੀ ਹੁੰਦਾ ਹੈ? ਸੱਸੇ ਤੋਂ ਬਾਅਦ ਕੱਕੇ ਤੋਂ ਲੈ ਕੇ ਡਾੜੇ ਤੱਕ ਇਹ ਸਾਰੇ ਵਿਅੰਜਨ ਨੇ। ਇਹ ਇਹਨਾਂ ਵਿਅੰਜਨਾਂ ਦੇ ਨਾਲ ਸ਼ਬਦ ਵਿਅੰਜਨ ਨਾਲ ਖਤਮ ਹੋਏ ਤੇ ਵਿਅੰਜਨ ਦੇ ਕੋਈ ਮਾਤਰਾ ਨਾ ਲੱਗੀ ਹੋਏ, ਤੇ ਇਸ ਸ਼ਬਦ ਨੂੰ ਅਸੀਂ ਕਹਾਂਗੇ ਅਕਾਰਾਂਤਕ। ਸ਼ਬਦ ਵਿਅੰਜਨ ਨਾਲ ਖਤਮ ਹੋਏ ਤਾਂ ਉਹਨੂੰ ਕੰਨਾ ਲੱਗਾ ਹੋਏ ਅੱਗੇ, ਉਹਨੂੰ ਬੋਲਾਂਗੇ ਆਕਾਰਾਂਤਕ। तो अकारांतक, आकारांतक। औंकड़ लग्या होए ते असीं कहांगे उकारांतक। व्यंजन नूं सिहारी लगी होए बोलांगे इकारांतक। तो ये इस हिसाब नाल एक शब्द है हकारांतक। हाहे दी धुनी गुरु साहब ने उचेच नाल वखरी कीती है बाकी व्यंजना तो, इस करके हाहे नूं वखरे तौर ते लेना पएगा। हुण असीं इत्थे किस तरह हाहे दा हकारांतक शब्दां दा उच्चारण, साडे कोल एक हकारांतक शब्द आया देह। देह विच की फर्क है कि हाहा मुक्ता है, पर इसका उच्चारण हाहे दा दीर्घ मुक्ते वाला करना है। ये जिस तरह तन देह, पैर देह, हथ देह, बिना औंकड़ तो भी इसका औंकड़ वाला उच्चारण करना, दीर्घ मुक्ते वाला। जिस तरह ਇਹਦਾ ਹੱਥ, ਪੈਰ, ਤਨ ਦਾ ਦੀਰਘ ਮੁਕਤੇ ਵਾਲਾ ਉਚਾਰਨ ਕੀਤਾ ਦੇਹ। ਹਕਾਰਾਂਤਕ ਸ਼ਬਦ ਦਾ ਦੀਰਘ ਮੁਕਤੇ ਵਾਲਾ ਉਚਾਰਨ ਕੀਤਾ ਜਾਂਦਾ ਹੈ ਕਿਉਂਕਿ ਹਾਹੇ ਔਂਕੜ ਦਾ ਇੱਕ ਹੋਰ ਉਚਾਰਨ ਹੈ। ਜਿੱਥੇ ਹਾਹੇ ਨੂੰ ਔਂਕੜ ਲੱਗਦਾ ਹੈ ਉਸ ਦਾ ਲਘੂ ਹੋੜੇ ਵਾਲਾ ਉਚਾਰਨ ਆਉਂਦਾ ਹੈ ਦੇਹ। ਇੱਥੇ ਦੇਹ। तो हाहे दा उच्चारण इस करके बाकी व्यंजना तो वखरा उच्चारण है। तो इस सारे तुक दा उच्चारण होया भरिया हथ, पैर, तन, देह। जेकर हुण इस संभावी भविष्यकाल, जेकर असी अपना हथ, अपना पैर, अपना तन ते अपनी देह
मैली कर ली। पानी धोता है, पानी नाल धोता है, धोण नाल उतरस खेह, खे उतर जाती है, मैल उतर जाती है, मिट्टी उतर जाती है। उतरस मिट्टी नूं एक वचन वांगू कहना। तो ये शुरुआती गल कि जे भरिए हथ पैर तन देह, जेकर जेकर इस तरह हो जाए, जेकर हाथ मैला हो जाए, पैर मैला हो जाए, तन मैला हो जाए, देह मैली हो जाए, तां इनू पानी नाल असीं धो लीए। जेकर मल मूत्र दे नाल कोई कपड़ा मैला हो जाए, गंदा हो जाए, मल मूत्र दे नाल जे कपड़ा गंदा हो जाए, कपड़ा गंदा हो जाए, क्या कपड़े गंदे हो जाण नहीं, क्यों कपड़ दे हुण आड़ाड़े नूं औंकड़ लगे, कपड़ कपड़ होएगा बहुवचन, कपड़ होएगा एक वचन। तो मूत पलीती कपड़ होए। जेकर मल मूत्र दे नाल कपड़ा मैला हो जाए, ਉਹਦੇ ਲਈ ਦੇ ਸਾਬੂਨ ਲਈਏ ਉਹ ਧੋਏ। ਹਕਾਰਾਂਤਕ ਤੇ ਹੁਕਾਰਾਂਤਕ, ਹਾਹੇ ਨਾਲ ਅੰਤ ਹੋਣ ਵਾਲਾ ਸ਼ਬਦ ਤੇ ਹਾਹੇ ਦੇ ਔਂਕੜ ਦੇ ਨਾਲ ਅੰਤ ਹੋਣ ਵਾਲਾ ਸ਼ਬਦ, ਇਹ ਬੜਾ ਕੁਝ ਦਰਸਾਉਂਦਾ ਹੈ। ਸਭ ਤੋਂ ਸ਼ੁਰੂਆਤੀ ਗੱਲ ਹੈ ਕਿ ਔਂਕੜ ਉਸੇ ਤਰ੍ਹਾਂ ਇੱਕ ਵਚਨ ਦਰਸਾਉਂਦਾ ਹੈ ਤੇ ਹਾਹਾ ਮੁਕਤਾ ਬਹੁਵਚਨ ਦਰਸਾਉਂਦਾ ਹੈ। तो इस करके औंकड़ दा, हाहे दा औंकड़, जिवें शब्द आंदा साडे पास पातशाह, दूजा पातशाहो, दोने शब्द हैगे ने गुरबाणी च। तो हाहे नूं उचेच नाल मुक्ता रखिया है, हकारांतक शब्द उचेच नाल है, औंकड़ पाना रह नहीं गया, ते जिथे औंकड़ पाया है वो उचेच नाल पाया है। उन्हां दोनों दा मतलब है, वही मतलब है एक वचन ते बहुवचन। पातशाहो, पातशाहो हाहे नूं औंकड़ एक वचन दर्शाउंदा है। पातशाह ਵੱਡੇ ਵੱਡੇ ਬੰਦੇ, ਕਿੰਨੇ ਬੰਦੇ ਦੁਨੀਆ ਦੇ ਲੋਕ ਮਨੁੱਖ, ਉਹ ਦਰਸਾਉਂਦਾ ਹੈ ਪਾਤਸ਼ਾਹ। तो पातशाह ਰੱਬ ਲਈ ਨਹੀਂ ਹੈ, ਤੇ ਜਦੋਂ ਰੱਬ ਲਈ ਹੋਏਗਾ ਪਾਤਸ਼ਾਹ ਨਹੀਂ ਹੋਏਗਾ, ਪਾਤਸ਼ਾਹ ਹੋਏਗਾ। ਤੇ ਜਿਹੜੇ ਕਹਿੰਦੇ ਨੇ ਕਿ ਪਾਤਸ਼ਾਹੋ ਦਾ ਹਾਹੇ ਦਾ ਔਂਕੜ ਨਹੀਂ ਬੋਲਣਾ, ਆਪਣੇ ਇਆਣੇਪਨ ਚ ਰੱਬ ਨੂੰ ਆਮ ਮਨੁੱਖ ਕਹਿ ਬੈਠਦੇ ਨੇ ਗੁਰਬਾਣੀ ਅਨੁਸਾਰ। ਪਰ ਪੰਜਾਬੀ ਅਨੁਸਾਰ ਨੂੰ ਲੱਗਦਾ ਕਿ ਬਹੁਤ ਵਧੀਆ ਕੰਮ ਕਰ ਰਹੇ ਨੇ, ਇੱਕ ਵਚਨ ਦੇ ਬਹੁਵਚਨ ਸਮਝਾਉਣ ਦੇ ਚੱਕਰ ਚ ਸਾਰਾ ਵਿਗਾੜ ਗੁਰਬਾਣੀ ਦੇ ਵਿਆਕਰਣ ਦਾ ਔਰ ਗੁਰਬਾਣੀ ਦੇ ਉਚਾਰਨ ਦਾ ਕੀਤਾ ਜਾ ਰਿਹਾ। ਕਿਉਂਕਿ ਗੁਰਬਾਣੀ ਨੂੰ ਗੁਰਬਾਣੀ ਵਾਂਗੂ ਨਹੀਂ ਉਚਾਰਨ ਕੀਤਾ ਜਾ ਰਿਹਾ, ਗੁਰਬਾਣੀ ਨੂੰ ਪੰਜਾਬੀ ਵਾਂਗੂ ਉਚਾਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਪਾਤਸ਼ਾਹ, ਇੱਕ ਪਾਤਸ਼ਾਹ ਜਿਹੜਾ ਦੁਨੀਆ ਦਾ ਇੱਕ ਪਾਤਸ਼ਾਹ ਹੈ, ਪੰਜਾਬੀ ਅਨੁਸਾਰ ਅਸੀਂ ਬੋਲੀਏ ਤੇ ਦੁਨੀਆ ਦਾ ਇੱਕੋ ਪਾਤਸ਼ਾਹ, ਉਹਨੂੰ ਗੁਰਬਾਣੀ ਵਿੱਚ ਕਿਹਾ ਜਾਏਗਾ ਪਾਤਸ਼ਾਹ। ਬੜੇ ਬੜੇ ਲੋਕ ਜਿਹੜੇ ਦੁਨੀਆ 'ਚ ਵੱਡੇ ਵੱਡੇ ਲੋਕ ਨੇ, ਪਾਤਸ਼ਾਹ, ਪਾਤਸ਼ਾਹ ਤੇ ਪਾਤਸ਼ਾਹੋ ਦੋ ਸ਼ਬਦ ਨੇ, ਔਰ ਪਾਤਸ਼ਾਹ ਮਨੁੱਖਾਂ ਵਾਸਤੇ ਇਸਤੇਮਾਲ ਹੋਇਆ ਹੈ ਗੁਰਬਾਣੀ 'ਚ, ਔਰ ਉਹਦੇ ਵਿੱਚ ਹਾਹਾ ਮੁਕਤਾ ਹੈ, ਉਸ ਨੂੰ ਅਸੀਂ ਬੋਲਦੇ ਹਾਂ ਪਾਤਸ਼ਾਹ। ਇੱਥੇ ਉਹ ਤੋਏ, ਉਹ ਤੋਏ, ਉਹ ਦਾ ਮਤਲਬ ਉਹ ਵਾਲਾ ਕਪੜਾ, ਕਿਉਂਕਿ ਕਪੜਾ ਨੂੰ ਕੱਪੜ ਕਿਹਾ ਸੀ, ਕੱਪੜ ਨਹੀਂ ਕਿਹਾ। ਕੱਪੜ ਮੂਤ ਪਲੀਤੀ ਕੱਪੜ ਹੋਏ, ਉਹ ਕੱਪੜਾ ਜੇ ਮਲ ਮੂਤਰ ਨਾਲ ਗੰਦਾ ਹੋ ਜਾਏ ਤਾਂ ਉਸਦੀ ਵਿਆਖਿਆ ਵੀ ਇਸ ਤਰ੍ਹਾਂ ਹੋਏਗੀ, ਦੇ ਸਾਬੂਨ ਲਈਏ ਉਹ ਤੋਏ। ਉਹ ਕਿਸੇ ਬਾਰੇ ਕਿਹਾ ਜਾ ਰਿਹਾ, ਪੜਨਾਮ ਉਹ ਹੁਣ, ਪਰ ਉਹ ਇੱਕ ਹੈ, ਕਿਉਂਕਿ ਕੱਪੜ ਤੇ ਕੱਪੜ ਦੇ ਔਂਕੜ ਦਾ ਹਾਹੇ ਦਾ ਔਂਕੜ ਦੇ ਨਾਲ ਸੰਬੰਧ ਹੈ। तो गुरु साहब सानू ये दस रहे ने कि अवस्थावां जे कुछ गंदा नहीं होया, थोड़ा बहुत मैला होया, जेकर भरिए हथ पैर तन देह पानी धोते उतर सके है। मूत पलीती कपड़ होए तो साबुन भी एक होया, एक साबुन, साबुना नाल ओ धोते जांदे हन, नहीं कह सकते इन्हां नूं, तां उस कपड़ नूं साबुन दे नाल असीं उहनूं धो सकदे हां। दे साबुन ਲਈਏ ਉਹ ਧੋਏ। तो इस दे नाल असी गुरबाणी सरवण करने वाले नूं ਇਹ ਵੀ ਦੱਸਦਾ, ਦੇ ਸਾਬੁਨ ਲਈਏ ਉਹ ਧੋਏ। ਤਾਂ ਅਸੀਂ ਦੋਨੇ ਤਰ੍ਹਾਂ ਦੱਸਦਾ, ਕੱਪੜਾ ਇੱਕ ਹੈ ਤੇ ਸਾਬੁਨ ਵੀ ਇੱਕ ਹੈ। ਪਰ ਹੁਣ ਅਸੀਂ ਆਨੇ ਆ ਭਰੀਏ ਮਤ।
ਹੁਣ ਮਤ ਨੂੰ ਭਰੀਏ, ਪੰਜਾਬੀ ਦਾ ਸਭ ਹੋਗਾ ਮਤ ਨੂੰ ਭਰ ਲੋ, ਭਰੀਏ ਮਤ, ਮਤ ਨੂੰ ਪਾਪਾਂ ਦੇ ਨਾਲ ਮੈਲਾ ਕਰ ਲਓ, ਪਾਪਾਂ ਦੇ ਨਾਲ ਮਤ ਨੂੰ ਮੈਲਾ ਕਰ ਲੈ, ਭਰੀਏ ਮਤ ਪਾਪਾ ਕੈ ਸੰਗ, ਭਰੀਏ ਇੱਕ ਤਾਂ ਦੁਲਾਮ ਨੂੰ ਹਮੇਸ਼ਾ ਭਰੀਏ ਨਹੀਂ ਕਦੀ, ਭਰੀਏ, ਭਰੀਏ ਹੋਏਗਾ ਤੇ ਫਿਰ ਇਹ ਸੰਭਾਵੀ ਭਵਿੱਖ ਬਣੇਗਾ। ਇਹ ਸੰਭਾਵੀ ਭਵਿੱਖ ਵੀ ਪੈਸਿਵ ਵੌਇਸ ਵਾਲਾ ਕਰਮਵਾਚ, ਭਰੀਏ ਜੇਕਰ ਭਰ ਲਈਏ, ਜੇਕਰ ਮੈਲਾ ਕਰ ਲਈਏ ਮਤ ਨੂੰ, ਕਾਦੇ ਨਾਲ? ਪਾਪਾ ਕੈ ਸੰਗ। ਅੱਛਾ, ਮਤ, ਮਤ, ਮਤ ਤਾ ਮੁਕਤਾ, ਮਤ ਸੱਤੇ ਨੂੰ ਸਿਹਾਰੀ, ਮਤ ਭਰੀਏ ਮਤ ਪਾਪਾ ਕੈ ਸੰਗ। ਪਾਪ ਇੱਕ ਵਚਨ, ਪਾਪਾ ਬਹੁਵਚਨ, तो ਇਹ ਗੁਰਬਾਣੀ ਦਾ ਬਹੁਵਚਨ ਬਣਾ। ਗੁਰਬਾਣੀ ਨੂੰ ਪੰਜਾਬੀ ਦੇ ਵਾਂਗੂ ਬਹੁਵਚਨ ਨਹੀਂ ਬਣਾਉਣਾ, ਬਿਲਕੁਲ ਨਹੀਂ ਬਣਾਉਣਾ, ਬਹੁਤ ਇਆਣਾ ਕੰਮ ਹੈ, ਭਾਰੀ ਨਾ ਸਮਝੀ ਹੈ, ਘੋਰ ਅਨਰਥ ਹੈ। ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਇੱਕ ਵਚਨ ਬਹੁਵਚਨ ਬਣਾਏ ਹੋਏ ਨੇ, ਅਸੀਂ ਉਹ ਸਮਝਣੇ ਨੇ। ਪਾਪਾ, ਪਾਪ ਦਾ ਬਹੁਵਚਨ ਹੈ ਪਾਪਾ, ਭਰੀਏ ਮਤ ਪਾਪਾ ਕੈ ਸੰਗ। ਸੰਗ ਸੰਬੰਧਕ ਹੈ, ਪ੍ਰੈਪੋਜੀਸ਼ਨ ਹੈ। ਗੁਰੂ ਸਾਹਿਬ ਨੇ ਸੰਬੰਧਕਾਂ ਨੂੰ ਦਰਸਾਉਣ ਲਈ ਸਿਹਾਰੀਆਂ ਉਚੇਚ ਨਾਲ ਲਾਈਆਂ। ਜਿਹੜਾ ਕੰਮ ਗੁਰੂ ਸਾਹਿਬ ਨੇ ਉਚੇਚ ਨਾਲ ਕੀਤਾ ਹੈ, ਉਹ ਕੇਵਲ ਪੜਨ ਵਾਲੇ ਵਾਸਤੇ ਨਹੀਂ ਕੀਤਾ, ਉਹ ਗੁਰਬਾਣੀ ਸਰਵਣ ਕਰਨ ਵਾਲੇ ਵਾਸਤੇ ਵੀ ਕੀਤਾ ਹੈ। ਤਾਂ ਗੁਰਬਾਣੀ ਉਚਾਰਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਤਾਂ ਸਾਰੇ ਸੰਬੰਧਕ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਉਚੇਚ ਨਾਲ ਸਿਹਾਰੀਆਂ ਲਾਈਆਂ ਨੇ, ਉਹਨਾਂ ਨੂੰ ਗੁਰਬਾਣੀ ਸਰਵਣ ਕਰਨ ਵਾਲੇ ਤੱਕ ਪਹੁੰਚਾਉਣ ਦਾ ਕੰਮ, ਇਹ ਜ਼ਿੰਮੇਵਾਰੀ ਉਸ ਉਚਾਰਨ ਦੀ ਸੀ, ਹੈ ਤੇ ਰਹੇਗੀ। ਇਸ ਉਚਾਰਨ ਵਿੱਚ ਜਦੋਂ ਅਸੀਂ ਵਿਚਾਰ ਕਰਦੇ ਹਾਂ ਕਿ ਗੁਰਬਾਣੀ ਵਿਆਕਰਣ ਆਧਾਰਿਤ ਗੁਰਬਾਣੀ ਉਚਾਰਨ ਪ੍ਰਣਾਲੀ ਵਿੱਚ ਇਹ ਸਾਰੀਆਂ ਸੰਬੰਧਕ ਦੀਆਂ ਸਿਹਾਰੀਆਂ ਨੂੰ ਕਿਵੇਂ ਦਰਸਾ ਸਕਦੇ ਹਾਂ? ਸਿਹਾਰੀ ਦਾ ਲਾਮ ਦੇ ਨਾਲ ਗੁਰਬਾਣੀ ਵਿੱਚ ਹੀ ਸਥਾਪਿਤ ਸੰਬੰਧ ਹੈ। ਜਿਹੜੇ ਅੱਖਰ ਨੂੰ ਗੁਰਬਾਣੀ 'ਚ ਲਾਮ ਨਾਲ ਲਿਖਿਆ, ਉਸੇ ਨੂੰ ਸਿਹਾਰੀ ਨਾਲ ਵੀ ਲਿਖਿਆ। ਪਹਿਰੇ, ਪਹਿਰਿਆ ਅਸੀਂ ਵਿਚਾਰਿਆ ਸੀ। ਤਾਂ ਇਸ ਤਰ੍ਹਾਂ ਪਹਿਰੇ ਦੇ ਰਾਰੇ ਦਾ ਲਾਮ ਪਹਿਰਿਆ ਦੇ ਰਾਰੇ ਦੀ ਸਿਹਾਰੀ ਦੇ ਨਾਲ ਦਾ ਉਚਾਰਣਕ ਸੰਬੰਧ ਹੈ। ਅਸੀਂ ਸੰਗ ਨੂੰ ਸੰਗੇ, ਨਾਲ ਨਾਲੇ, ਅੰਤਰ ਅੰਤਰੇ, ਬਾਹਰ ਬਾਹਰੇ, ਕਿਉਂਕਿ ਸਾਰਿਆਂ ਦੇ ਨਾਲ ਸਿਹਾਰੀ ਹੈ। ਸਿਹਾਰੀ ਇਸ ਕਰਕੇ ਹੈ ਕਿ ਸੰਬੰਧਕ ਹੈ। ਹਰ ਸੰਬੰਧਕ ਦੀ ਸਿਹਾਰੀ ਨੂੰ ਲਘੂ ਲਾ, ਸਾਧ ਸੰਗੇ, ਅੰਤਰੇ, ਬਾਹਰੇ, ਨਾਲੇ, ਮੰਝਾਰੇ, ਉਪਰੇ। ਇਸ ਤਰ੍ਹਾਂ ਅਸੀਂ ਗੁਰਬਾਣੀ ਸਰਵਣ ਕਰਨ ਵਾਲੇ ਨੂੰ ਸੰਬੰਧਕਾਂ ਦਾ ਬੋਧ ਕਰਾ ਦਿੰਦੇ ਹਾਂ, ਜਾਣਕਾਰੀ ਕਰਾ ਦਿੰਦੇ ਹਾਂ। ਪਰ ਇੱਥੇ ਇਸ ਤੁਕ ਵਿੱਚ ਸੰਬੰਧਕ ਦੇ ਅੱਗੇ ਇੱਕ ਹੋਰ ਸੰਬੰਧਕ ਹੈ, ਕਹਿ। ਕਹਿ ਵੀ ਸੰਬੰਧਕ ਹੈ, ਕਹਿ ਸੰਗ। ਹੁਣ ਕਹਿ ਜਦੋਂ ਆ ਗਿਆ, ਦੋ ਸੰਬੰਧਕ ਆ ਗਏ। ਕਹਿ ਨੇ ਦੱਸਦਾ ਇਸ ਸੰਗ ਜੋ ਹੈ ਇਹ ਸੰਬੰਧਕ ਹੈ, ਇਸ ਕਰਕੇ ਕਹਿ ਦੇ ਨਾਲ ਅਸੀਂ ਸਿਹਾਰੀ ਦਾ ਉਚਾਰਨ ਨਹੀਂ ਕਰਦੇ। ਕਹਿ ਸੰਗ, ਭਰੀਏ ਮਤ ਪਾਪਾ ਕੈ ਸੰਗ। ਪਰ ਕਿਉਂਕਿ ਗੱਗੇ ਨੂੰ ਸਿਹਾਰੀ ਲੱਗੀ ਹੋਈ ਹੈ, ਤਾਂ ਗੱਗੇ ਦਾ ਉਚਾਰਨ ਦੀਰਘ ਮੁਕਤੇ ਵਾਂਗ ਹੋਏਗਾ। ਭਰੀਏ ਮਤ ਜਿਵੇਂ ਤੱਤੇ ਦਾ ਹੋਇਆ, ਉਵੇਂ ਗੱਗੇ ਦਾ ਹੋਏਗਾ। ਭਰੀਏ ਮਤ ਪਾਪਾ ਕੈ ਸੰਗ। ਹੁਣ ਗੁਰੂ ਸਾਹਿਬ ਨੇ ਜਿਹੜੀ ਗੱਲ ਸਾਨੂੰ ਸਮਝਾਈ ਕਿ ਜੇਕਰ ਸਰੀਰ, ਤੇਰੀ ਦੇਹ ਮੈਲੀ ਹੋ ਜਾਏ ਤਾਂ ਉਹਨੂੰ ਪਾਣੀ ਨਾਲ ਧੋ ਲਓ। ਜੇ ਕੱਪੜਾ ਮੂਤ ਪਲੀਤੀ ਹੋ ਜਾਏ ਤਾਂ ਉਸ ਨੂੰ ਸਾਬੁਣ ਦੇ ਨਾਲ ਧੋ ਲੈ। ਪਰ ਜੇ ਤੇਰੀ ਮਤ ਮੈਲੀ ਹੋ ਜਾਏ ਤਾਂ ਭਰੀਏ ਮਤ ਪਾਪਾ ਕੈ ਸੰਗ। ਉਹ ਧੁੱਪ ਹੈ, ਉਹ ਨਹੀਂ, ਅਕਸਰ ਨੂੰ ਉਹ ਬੋਲਿਆ ਜਾਂਦਾ, ਉਹ ਧੁੱਪ ਹੈ, ਉਹ ਵਾਲੀ ਮਤ। ਉਹ ਧੁੱਪ ਹੈ, ਨਾਵੈ ਕੈ ਰੰਗ, ਨਾਵੈ ਕੈ ਰੰਗ, ਨਾਵੈ ਕੈ ਰੰਗ। ਨਾਵੇ ਤੇ ਨਾਵੈ
ਲਾਮ ਤੇ ਦੁਲਾਮ ਦਾ ਉਚਾਰਨ ਦਾ ਬਹੁਤ ਧਿਆਨ ਰੱਖਣ ਦੀ ਲੋੜ ਹੈ। ਉਹ ਧੋਪੈ ਨਾਵੈ ਕਹਿ ਰੰਗ, ਨਾਮ ਦਾ ਰੰਗ, ਜਿਹੜੀ ਅਸੀਂ ਹੁਣੇ ਵਿਚਾਰ ਕੀਤੀ, ਨਾਮ ਦੀ ਰੰਗਣ। ਜਦੋਂ ਵਿਚਾਰ ਇਹ ਚੱਲ ਰਹੇ ਹੋਣ ਮਨ ਚ ਕਿ ਜ਼ਿੰਦਗੀ 4 ਦਿਨਾਂ ਦੀ ਮौज ਮਸਤੀ ਕਰੋ, ਤਾਂ ਮਤ ਨੇ ਤਾਂ ਪਾਪਾ ਕੇ ਸੰਗ ਹੀ ਮੈਲਾ ਹੋਣਾ, ਮਤ ਨੇ ਭਰਨਾ ਹੀ ਭਰਨਾ, ਗੁਰਬਾਣੀ ਦਾ ਭਰਨਾ, ਮਤ ਨੇ ਮਲੀਨ ਹੋਣਾ, ਮਤ ਨੇ ਮੈਲਾ ਹੋਣਾ ਪਾਪਾ ਦੇ ਨਾਲ। ਅਸੀਂ ਪਾਪ ਕਰੀ ਜਾਣੇ ਤੇ ਪਾਪਾ ਦੀ ਸੂਚੀ ਵਧੀ ਜਾਣੀ ਹੈ, ਕਿਉਂਕਿ 4 ਦਿਨਾਂ ਦੀ ਜ਼ਿੰਦਗੀ ਹੈ ਨਾ। ਪਰ ਜੇਕਰ ਨਾਮ ਦੀ ਰੰਗਣ ਰੰਗ ਲੱਗ ਜਾਏ, ਲਾਲ ਰੰਗ ਤਿਸ ਕੋ ਲਗਾ ਜਿਸ ਕੈ ਵੱਡ ਭਾਗਾ। ਜੇ ਲਾਲ ਦੂਜਾ ਲਾਲ ਹੁੰਦਾ ਤੇ ਅੱਗੇ ਉਹ ਨਾ ਆਂਦਾ, ਮੈਲਾ ਕਦੇ ਨਾ ਹੋਵਈ ਨਾ ਲਾਗੇ ਦਾਗਾ। ਇਹ ਪਾਪਾ ਦਾ ਸੰਗ ਹੈ ਕਿ ਜਿਹਦੇ ਨਾਲ ਮੈਲਾ ਹੁੰਦਾ, ਮੈਲਾ ਕਦੇ ਨਾ ਹੋਵਈ ਨਾ ਲਾਗੇ ਦਾਗਾ। ਕਿਉਂ ਮੈਲਾ ਨਹੀਂ ਹੁੰਦਾ? ਕਿਉਂਕਿ ਅਹਿਸਾਸ ਜੇ ਮਤ ਵਿੱਚ ਪਾਪਾ ਦਾ ਸੰਗ ਹੋ ਜਾਏ ਤੇ ਇਸ ਨੂੰ ਧੋਣ ਦਾ ਇੱਕੋ ਤਰੀਕਾ ਹੈ, ਨਾਮ। ਓ ਮਾਈ ਗॉड, ਯੂ ਆਰ ਆਲਵੇਜ਼ ਵਿਦ ਮੀ। ਓ ਮਾਈ ਗॉड, ਮੈਂ ਤਾਂ ਕੀ ਕੁਝ ਸੋਚਦਾ ਰਿਹਾ, ਇਹ ਸੋਚ ਕੇ ਮੈਂ ਇਕੱਲਾ ਹੀ ਹਾਂ। ਕੀ ਕੁਝ ਬੋਲਦਾ ਰਿਹਾ, ਇਹ ਸੋਚ ਕੇ ਮੈਂ ਇਕੱਲਾ ਹੀ ਹਾਂ। ਕੀ ਕੁਝ ਕਰਦਾ ਰਿਹਾ, ਇਹ ਸੋਚ ਕੇ ਕਿ ਮੈਂ ਇਕੱਲਾ ਹੀ ਹਾਂ। ਜੇਕਰ ਇਹ ਅਹਿਸਾਸ ਆ ਜਾਏ, ਇਹ ਹੈ ਨਾਮੈ ਕੈ ਰੰਗ। ਇਹ ਹੈ ਉਹ ਨਾਮ ਦਾ ਅਹਿਸਾਸ ਕਿ ਮੈਂ ਇਕੱਲਾ ਨਹੀਂ ਹਾਂ, ਉਹ ਮੇਰੇ ਅੰਦਰ ਦੀ ਜਾਣਦਾ ਹੈ। ਜੋ ਮੈਂ ਸੋਚ ਰਿਹਾ ਹਾਂ ਉਸ ਨੂੰ ਉਸ ਦੀ ਜਾਣਕਾਰੀ ਹੈ। ਇਉਂ ਅਸੀਂ ਆਪਣੇ ਮਤ ਨੂੰ ਧੋ ਸਕਦੇ ਹਾਂ ਕਿ ਮਾਈ ਗॉड ਯੂ ਆਰ ਹੀਅਰ। तो ਹੌਲੀ ਹੌਲੀ ਇਹ ਗੱਲ ਹੋ ਜਾਏਗੀ ਕਿ ਫਿਰ ਕਰ ਬੈਠਾਂਗੇ, ਫਿਰ ਸੋਚ ਬੈਠਾਂਗੇ, ਫਿਰ ਬੋਲ ਬੈਠਾਂਗੇ ਤੇ ਖਿਆਲ ਆਏਗਾ, ਉਹ ਫਿਰ ਉਹ ਹੁਣ ਧੋ ਰਹੇ ਸੀ, ਉਹ ਧੋਪੈ ਨਾਮੈ ਕਹਿ ਰੰਗ। ਫਿਰ ਅਸੀਂ ਯਾਦ ਕਰਦੇ ਹਾਂ ਕਦੀ ਕਦਾਈ, ਇਹਨੂੰ ਬੋਲਦੇ ਨਾਮ ਸਿਮਰਨਾ, ਯਾਦ ਕਰਨਾ ਕਿ ਉਹ ਹੈ। ਫਿਰ ਸਾਡੇ ਪੱਕਾ ਮਨ 'ਚ ਬੈਠ ਜਾਂਦਾ ਹੈ ਕਿ ਸਾਡੇ ਸਿਸਟਮ 'ਚ ਧਿਆਨ 'ਚ ਸਾਨੂੰ ਯਾਦ ਕਰਨ ਦੀ ਲੋੜ ਨਹੀਂ ਪੈਂਦੀ ਕਿ ਮੇਰੇ ਮੰਮੀ ਹੈ, ਇਹ ਮੇਰੇ ਪਾਪਾ ਨੇ, ਯਾਦ ਕਰਨ ਦੀ ਲੋੜ ਨਹੀਂ ਪੈਂਦੀ, ਪੱਕਾ ਸਿਸਟਮ ਵਿੱਚ ਬਹਿ ਗਿਆ। ਉਹ ਹੋ ਗਿਆ ਨਾਮ ਧਿਆਨ। ਫਿਰ ਸਾਰੇ ਮਨ ਪੱਧਰ ਤੇ ਸਾਨੂੰ ਸ਼ਾਂਤੀ ਹੋ ਗਈ, ਸਹਿਜ ਹੋ ਗਿਆ। ਨਾਮ ਧਿਆਨ ਸੁਖ ਫਲ ਪਾਏ। ਫਿਰ ਸਾਨੂੰ ਮਨ ਪੱਧਰ ਤੇ ਸਾਰੇ ਸੁਖ, ਸਹਿਜ ਸੁਖ, ਆਨੰਦ, ਉਹ ਆਨੰਦ ਚਿੱਤ ਤਾਂ ਹੁੰਦਾ ਹੈ ਜੇ ਨਾਮੈ ਕੇ ਰੰਗ ਦਾ ਪੱਕੇਰਾ ਅਹਿਸਾਸ ਮਨ ਵਿੱਚ ਪੱਕਾ ਬੈਠ ਜਾਏ। ਉਹ ਧੋਪੈ ਨਾਮੈ ਕੇ ਰੰਗ। ਹੁਣ ਅਗਲਾ ਵਿਚਾਰ, ਪੁੰਨੀ ਪਾਪੀ ਆਖਣ ਨਾ ਹੈ। ਇਹ ਪੁੰਨ ਹੈ, ਇਹ ਪਾਪ ਹੈ, ਕਿਉਂਕਿ ਸਿਮਰਿਤ ਸ਼ਾਸਤਰ ਪੁੰਨ ਪਾਪ ਵਿਚਾਰਦੇ। ਆ ਪੁੰਨ ਹੈ, ਇਹ ਵੀ ਪਾਪ ਹੈ, ਆ ਪੁੰਨ ਹੈ, ਆ ਪਾਪ ਹੈ। ਸਿਮਰਤੀਆਂ ਸ਼ਾਸਤਰਾਂ ਵਿੱਚ ਇਸ ਦੀ ਸਾਰੀ ਸੂਚੀ ਹੈ। ਗੁਰੂ ਸਾਹਿਬ ਨੇ ਇਸ ਦਾ ਰੈਫਰੈਂਸ ਦਿੱਤਾ ਹੈ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਤਤੈ ਸਾਰ ਨਾ ਜਾਣੀ। ਜੋ ਤਤ ਗਿਆਨ ਹੈ, ਇਹ ਪਤਾ ਹੋਣਾ ਕਿ ਇਹ ਪੁੰਨ ਹੈ, ਇਹ ਪਾਪ ਹੈ। ਪਰ ਇਹ ਪੁੰਨ ਪਾਪ ਦਾ ਪਤਾ ਹੋਣਾ ਇੱਕ ਗੱਲ ਹੈ। ਉਹਦੇ ਬੇਸ ਤੇ ਅਸੀਂ ਕਹਿੰਦੇ ਆ ਇਹ ਪੁੰਨੀ ਹੈ, ਇਹ ਪੁੰਨ ਕਰਨ ਵਾਲਾ ਹੈ, ਇਹ ਪਾਪੀ ਹੈ, ਪਾਪ ਕਰਨ ਵਾਲਾ ਹੈ। ਨਾ ਪੁੰਨੀ ਪੁੰਨੀ ਹੈ ਕਹਿਣ ਦੇ ਨਾਲ ਕਿ ਪੁੰਨੀ ਹੈ, ਨਾ ਪਾਪੀ ਪਾਪੀ ਹੈ ਕਿ ਕਹਿਣ ਦੇ ਨਾਲ ਕਿ ਪਾਪੀ ਹੈ। ਆਖਣ ਨਾ ਹੈ, ਸਿਰ ਮੂੰਹ ਨਾਲ ਆਖ ਦਈਏ ਕਿ ਉਹਨਾਂ ਦਾ ਨਾਂ ਰੱਖ ਦਈਏ, ਪੁੰਨੀ ਹੈ, ਉਹਦਾ ਪਾਪੀ ਹੈ। ਕਰ ਕਰ ਕਰਨਾ ਲਿਖ ਲੈ ਜਾਹੋ। ਇਹ ਜਿਵੇਂ ਜਿਵੇਂ ਕੋਈ ਕਰਦਾ ਹੈ, ਕਰੀ ਜਾਂਦਾ ਹੈ, ਪਲ ਪਲ ਤੇ ਜਿਵੇਂ ਕੋਈ ਕਰਦਾ ਹੈ। ਅਸੀਂ ਹਰ ਨੂੰ ਦਰਸਾਇਆ, ਕਰ ਕਰ ਕਰਨਾ, ਫਿਰ ਕੱਖੇ ਦੀ ਸਾਰੇ ਨੂੰ ਦਰਸਾਉਣਾ ਹੈ, ਲਿਖ ਲਿਖ ਲਿਖ, ਕਰ ਕਰ ਕਰਨਾ ਲਿਖ ਲੈ ਜਾਹੋ। ਇਹ ਭਾਈ ਜੋ ਤੁਸੀਂ ਕਰ ਰਹੇ ਹੋ ਪਲ ਪਲ ਤੇ, ਹੁਣ ਕੀ ਕੀਤਾ ਹੈ, ਅਗਲੇ ਪਲ ਕੀ ਕੀਤਾ ਹੈ,
हुण की सोचा है अगले पल की सोचा है, हुण की बोलिया है अगले पल की बोलिया है। ये मन बच क्रम, मन ते साडी सोच, बच ते साडे बचन, क्रम ते साडे जो असीं काम करते हैं, इन्हां दा लेखा जोखा नालों नाल बन रहा है। तां किसे नूं गरदानिया नहीं जा सकदा कि कोई पापी है, ते किसे नूं ये कहा नहीं जा सकदा कि पुन्नी है। पल पल ते कर कर करना, और जो तुसीं कर रहे हो ये तुहाडा लिखिया जा रहा अंदर। सानू फ्लॉपी सिस्टम हुण समझ आया, पर जदों स्टोन एज तो ही साडे अंदर फ्लॉपियां चल रही ने कि जिहदे ते लिखिया जा रहा है, जो असीं सोचदे हां लिखिया जा रहा है, रिकॉर्ड हो रहा है, तो साडा अध्यात्मक थर्मामीटर ऊपर थल्ले हो रहा है। इस करके पुन्नी पापी सिर्फ कहण मात्र दी गल नहीं है, पुन्नी पापी आखण ना है, कर कर करना लिख ले जाओ। इयों आपे बीज आपे ही खा। जिहो जिहा बीज रहे हो, सोच सोच सोचना, बोल बोल बोलना, कर कर करना, लिख ले जाओ। ये लिख के लेके जा रहे हो, ये तुसीं बीज रहे हो अपना। हुण असीं किसे दे नाल, किसे नूं कोई ठिप्पी मार के अगे लंघ जाइए, किसे नूं असीं कोई किस दा हक मार लईए, किसे दा नुकसान कर दईए, कोई ग्रुपिज्म कर लईए, सानू इत्थे मोमेंटरी लगदा है, फायदा हो सकता है कि देखो मैं कीता ते मैं देखो पहुंच गया, मैं इत्थे, मैं उहदी जगह ते मैं आ गया। ये इत्थे दीयां बातां ने। लिख ले जाओ, ये सारा खाता नाल लेके अगे जाना है। उस तो बाद फिर जेड़े गेड़ च गुरु साहब ने पाना भी हाँ भी बहुत तो सियाणा बने, ਉਹ ਗੇੜ ਫਿਰ ਇੰਨੇ ਲੱਖਾਂ ਵਾਰੀ ਅਸੀਂ ਸਹਾਰਨਾ। ਤੇ ਇਹ ਭਾਰੀ ਉਸ ਦੀ ਉਸ ਵੇਲੇ ਦਾ ਝਟਕਾ ਹੈ ਕਿ ਗੁਰੂ ਸਾਹਿਬ ਜਿਸ ਦਾ ਸਾਨੂੰ ਜ਼ਿਕਰ ਬਾਰੰਬਾਰ ਗੁਰਬਾਣੀ ਵਿੱਚ, ਆਪੇ ਬੀਜ ਆਪੇ ਹੀ ਖਾਓ। ਜਿਹੋ ਜਿਹਾ ਬੀਜ ਰਿਹਾ ਹੈ, ਬੀਜੈ ਬਿਖ ਮੰਗੈ ਅੰਮ੍ਰਿਤ। ਇਹ ਨਹੀਂ ਹੋਣਾ ਬਿਖ ਬੀਜ ਰਹੇ ਤੇ ਬਿਖ ਹੀ ਖਾਣਾ ਪਏਗਾ। आपे बीज आपे ही खा। आप आपे, एक आप औंकड़ वाला भी आप। हुण इत्थे भी देखो, आप जिथे लाम है ना आपे, इसका मतलब व्याकरणक पप्पे की सिहारी वाला है, करता वाला। जिथे आप औंकड़ होएगा वो कर्म होएगा। उस आप नू जिथे होएगा आप नू, उत्थे होएगा पप्पे नू औंकड़। जिथे होएगा आपने, उत्थे होएगा पप्पे नू सिहारी। आपने करने वाला, आप नू जिसनू होने वाला। तो आप दा पप्पे दा औंकड़, पप्पे दी सिहारी। लाम दा हमेशा सिहारी नाल संबंध है। इत्थों दोबारा स्थापित हो गया, गुरबाणी विच लाम दा संबंध सिहारी नाल है, सिहारी दा संबंध लाम नाल है। इस करके सिहारी नू असी गुरबाणी व्याकरण आधारित गुरबाणी उच्चारण प्रणाली विच सिहारियां नू लघु लाम वांगू बोलिया जाता है, क्योंकि सिहारी दा लाम नाल सीधा संबंध है। आपे बीज, इसका भाव पप्पे दी सिहारी वाला है। आप बीज आप ही खाओ, इसका व्याकरणक उत्तर आप दी पप्पे दी सिहारी वाला है। आपे बीज, पर इसका उच्चारण पूर्ण लाम वाला। आपे बीज आपे ही खाओ। इयों नानक हुक्मी आव हो जाओ। नानक दे कक्के नूं जदों कोई मात्रा नहीं लगी, मतलब कक्का मुक्ता है। नानक तां उसदा उच्चारण बिल्कुल सारी तुक तो वखरा होना चाहिदा है। वखरा होने वास्ते ही वह मुक्ता है। नानक एड्रैस किया जा रहा है, पर एड्रैस साडे अपने अंतरीव नूं है। नानक तो बाद जिहड़ी अगली गल आ रही है ना, वो असी अपने अंदर नाल गल करनी है। की है गल? हुक्मी आवो हो जाओ। ये उसदे हुक्म विच, हुक्मी आवो हो जाओ, आया जा रहा, जाया जा रहा है। इस तरह हुक्म च आ रहे ने, हुक्म च जा रहे ने। हुक्मी आवो हो जाओ। नानक, नानक हुक्मी जदों बोलदे हैं इकट्ठा, वो सारा जिहड़ा ओहदा
ਉਸਦਾ ਭਾਵ ਹੈ ਉਹ ਸਾਰਾ ਰਲਗੜ ਹੋ ਜਾਂਦਾ ਹੈ। ਨਾਨਕ ਹੁਕਮੀ ਆਪ ਹੋ ਜਾਹੋ, तो इस आपे बीज आपे ही खाओ, ये जो सारे बीज रहे ने आपे खा रहे ने, सारे बीज रहे ने ਉਹ ਜਿਹਾ ਵੱਢ ਰਹੇ ਨੇ, ਇਹ ਇਸ ਤਰ੍ਹਾਂ ਉਸ ਦੇ ਵਿਧਾਨ ਵਿੱਚ ਹੁਕਮ, ਮੰਮੇ ਨੂੰ ਔਂਕੜ ਵਾਲਾ ਹੁਕਮ, ਇਹ ਹੁਕਮ ਉਹ ਸਾਰਾ ਵਿਧਾਨ, ਉਹ ਸਾਰਾ ਸਿਸਟਮ ਜੋ ਚੱਲ ਰਿਹਾ, ਉਹ ਹੁਕਮ, ਉਸ ਹੁਕਮ ਦੇ ਵਿੱਚ ਹੁਕਮੀ ਆਵੋ ਜਾਹੋ, तो ਇਹ ਜੋ ਬੀਜੋ ਤੇ ਖਾਓ, ਬੀਜ ਹੋ ਖਾਓ ਆਵੋ ਜਾਹੋ, ਆਈ ਜਾ ਰਹੇ ਨੇ ਜਾਈ ਜਾ ਰਹੇ ਨੇ ਉਸ ਹੁਕਮ ਵਿੱਚ। ਨਾਨਕ ਦਾ ਇਹ ਐਡਰੈਸ ਹੈ। ਹਮੇਸ਼ਾ ਜਦੋਂ ਕੱਕੇ ਨੂੰ ਔਂਕੜ ਹੋਏਗਾ ਜਾਂ ਕੱਕੇ ਨੂੰ ਸਿਹਾਰੀ ਹੋਏਗੀ ਤਾਂ ਅਸੀਂ ਨਾਨਕ ਬੋਲਾਂਗੇ, ਨਾਨਕ, ਨਹੀਂ ਤਾਂ ਨਾਨਕ। ਨਾਨਕ ਨਾਨਕ ਹਮੇਸ਼ਾ ਅਸੀਂ, ਇਹ ਗੁਰਬਾਣੀ ਦੀ ਮੋਹਰ ਹੈ ਨਾਨਕ। ਜਦੋਂ ਵੀ ਕੱਕਾ ਮੁਕਤਾ ਹੈ, ਇਹ ਆਕਾਰਾਂਤਕ ਹੈ ਨਾਨਕ, ਤਾਂ ਅਸੀਂ ਇਸ ਨੂੰ ਵੱਖਰਾ ਬੋਲਾਂਗੇ ਤੁਕ ਤੋਂ। ਜਦੋਂ ਵੀ ਤੁਕ ਤੋਂ ਵੱਖਰਾ ਨਹੀਂ ਬੋਲਾਂਗੇ, ਅਸੀਂ ਦੱਸ ਦਿੰਦੇ ਹਾਂ ਕਿ ਮੈਨੂੰ ਇਸ ਤੁਕ ਦੇ ਅਰਥ ਨਹੀਂ ਪਤਾ। ਜੇ ਤੁਕ ਦੇ ਅਰਥ ਪਤਾ ਹੋਣਗੇ ਤਾਂ ਅਸੀਂ ਇਸ ਨੂੰ ਇਸ ਤਰ੍ਹਾਂ ਬੋਲਾਂਗੇ, ਨਾਨਕ ਹੁਕਮੀ ਆਵ ਹੋ ਜਾ। ਨਾਨਕ ਦੀ ਮੋਹਰ ਅਸੀਂ ਆਪਣੇ ਆਪ ਨੂੰ, ਆਪਣੇ ਅੰਤਰੀਵ ਨੂੰ ਐਡਰੈਸ ਕਰਦੇ ਹਾਂ, ਨਾਨਕ। ਹੁਣ ਧਿਆਨ ਦੇ ਬਈ, ਉਹਨੂੰ ਬ੍ਰੈਕਟ 'ਚ ਲਿਖ ਲੈਣਾ ਚਾਹੀਦਾ ਹੈ। ਜੇ ਮੈਂ ਬੋਲ ਰਿਹਾ ਨਾਨਕ ਤਾਂ ਮੈਂ ਬ੍ਰੈਕਟ 'ਚ ਬੋਲਾਂ ਆਪਣੇ ਆਪ ਨੂੰ ਚਰਨ ਕਮਲ ਸਿੰਘ। ਧਿਆਨ ਦੇ, ਹੁਕਮੀ ਆਵ ਹੋ ਜਾਹੋ, ਇਹ ਹੁਕਮ ਵਿੱਚ ਸਾਰੇ ਆ ਜਾ ਰਹੇ ਨੇ, ਇਹ ਸਾਰਾ ਵਿਧਾਨ ਚੱਲ ਰਿਹਾ ਹੈ। ਇਸ ਹੁਕਮ ਵਿੱਚ ਜਿਹੋ ਜਿਹਾ ਤੂੰ ਬੀਜੇਗਾ ਉਹੋ ਜਿਹਾ ਹੀ ਖਾ ਸਕੇਗਾ, ਕਿਉਂਕਿ ਜੋ ਜੋ ਕਿਤ ਕਰ ਰਿਹਾ ਹੈ ਉਹੀ ਤੂੰ ਲਿਖ ਕੇ ਨਾਲ ਲੈ ਜਾਣਾ ਹੈ। ਸਿਰਫ ਕਿਸੇ ਨੂੰ ਪੁੰਨੀ ਕਹਿ ਦੇਣ ਦੇ ਨਾਲ ਪੁੰਨ ਨਹੀਂ ਹੋ ਜਾਂਦਾ, ਕਿਸੇ ਨੂੰ ਪਾਪੀ ਕਹਿਣ ਦੇ ਨਾਲ ਪਾਪੀ ਵੀ ਨਹੀਂ ਹੋ ਜਾਂਦਾ। ਇਹ ਜੋ ਸਾਰਾ, ਜਿਵੇਂ ਅਸੀਂ ਕੱਪੜਾ ਧੋ ਲੈਂਦੇ ਹਾਂ, ਜਿਵੇਂ ਅਸੀਂ ਪਾਣੀ ਨਾਲ ਆਪਣੇ ਸਰੀਰ ਧੋ ਲੈਂਦੇ ਹਾਂ, ਜੋ ਇਹ ਭਰੀਏ ਤੋਂ ਭਰੀਏ ਦੇ ਜਿਹੜੇ ਸ਼ਬਦਕ ਸਾਨੂੰ ਗੁਰਬਾਣੀ ਦੇ ਅਰਥ ਨੇ, ਉਹਨਾਂ ਦੇ ਨਾਲ ਸਮਝ ਹੋਣੀ ਜ਼ਰੂਰੀ ਹੈ। ਗੁਰਬਾਣੀ ਦੇ ਤੇ ਉੱਪਰ ਪੰਜਾਬੀ ਦੇ ਅਰਥ ਲਾਗੂ ਨਹੀਂ ਰਹਿ ਸਕਦੇ, ਨਹੀਂ ਹੋ ਸਕਦੇ। तो ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰਸ ਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਣ ਲਈਏ ਉਹ ਧੋਏ। ਭਰੀਏ ਮਤ ਪਾਪਾ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। It was very nice, Papa. I like the PowerPoint presentation. It helps to keep me focused. Yeah, बिल्कुल बिल्कुल, wonderful. Yeah, here you are. ਇਸ ਲਾਈਨ ਦੇ ਇੰਟਰਪ੍ਰੀਟੇਸ਼ਨ ਹੋਏਗੀ ਕਿ ਮਤਲਬ ਉਹ ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਹੀ, ਆਪਣੇ ਆਪ ਨਾਲ ਹੀ ਗੱਲ ਕਰ ਰਹੇ। ਇੱਥੇ ਨਹੀਂ, ਇੱਥੇ ਕੋਈ ਔਂਕੜ ਨਹੀਂ ਹੈ। ਜਦੋਂ ਜਿੱਥੇ ਵੀ ਕੱਕਾ ਮੁਕਤ ਹੈ, ਕੱਕੇ ਨੂੰ ਔਂਕੜ ਜਾਂ ਸਿਹਾਰੀ ਨਹੀਂ ਹੈ, ਤਾਂ ਉੱਥੇ ਹਮੇਸ਼ਾ ਨਾਨਕ ਐਡਰੈਸਲ ਹੈ। ਤਾਂ ਐਡਰੈਸਲ ਨਾਨਕ, ਇਹ ਗੋਜ਼ ਆਊਟ ਆਫ ਦਾ ਤੁਕ, ਉਹਨੂੰ ਅਸੀਂ ਵੱਖਰਾ ਬੋਲਦੇ ਹਾਂ ਤੇ ਬਾਕੀ ਤੁਕ ਨੂੰ ਵੱਖਰਾ ਸਮਝਦੇ ਹਾਂ। ਤਾਂ ਇਹ ਜੋ ਐਡਰੈਸਲ ਹੈ, ਬਾਕੀ ਤੁਕ ਦਾ ਜਿਹੜਾ ਮੈਸੇਜ ਹੈ ਨਾ, ਉਹ ਸਾਨੂੰ ਆਪਣੇ ਅੰਦਰ ਮੈਸੇਜ ਦੇਣ ਵਾਸਤੇ ਐਡਰੈਸਲ ਹੈ। ਹੁਣ ਜਿਵੇਂ ਇੱਥੇ ਅਸੀਂ ਕਹੀਏ ਨਾਨਕ ਹੁਕਮੀ ਆਵ ਹੋ ਜਾਹੋ, ਵੀ ਹੁਕਮ ਵਿੱਚ ਆਇਆ ਜਾਇਆ ਜਾ ਰਿਹਾ ਹੈ ਤੇ ਤੂੰ ਵੀ ਇਹਦੇ ਚ ਯੂ ਟੇਕ ਕੇਅਰ ਕਿ ਜਦੋਂ ਤੂੰ ਆ ਕੇ ਜਾਏਗਾ ਤੇ ਯੂ ਗੋ ਬੈਕ ਵਿਦ ਪੋਜ਼ਿਟਿਵ ਪੁਆਇੰਟਸ ਤੇ ਤੇਰੇ ਨਾਲ ਸਹੀ ਟ੍ਰੀਟਮੈਂਟ ਹੋਏ, ਬਿਕੋਜ਼ ਹਾਲੇ ਸਰਕਲ ਬਹੁਤ ਲੰਮਾ ਹੈ। ਨਾਨਕ ਹੁਕਮੀ ਆਵ ਹੋ ਜਾਓ, ਤਾਂ ਹੁਕਮੀ ਆਵ ਹੋ ਜਾਓ ਕੰਬਾਈਨਡ ਵੱਖਰਾ, ਜਿੱਥੇ ਨਾਨਕ ਐਡਰੈਸਲ ਹੈ ਉਹਨੂੰ ਵੱਖਰਾ ਕਰਾਂਗੇ ਅਸੀਂ, ਤੁਕ ਵਿੱਚ ਇਕੱਠਾ ਨਹੀਂ ਬੋਲਾਂਗੇ, ਤਾਂ ਉਹਦਾ ਮੀਨਿੰਗ ਕਲੀਅਰ ਹੋਏਗਾ। ਇੱਥੇ ਵੀ ਉਸ ਤਰ੍ਹਾਂ ਹੀ ਹੈ। ਬਟ ਨਾਨਕ ਐਡਰੈਸਲ ਹੈ, ਪੜ੍ਹਨ ਵਾਲਾ ਐਡਰੈਸ ਕਰ ਰਿਹਾ ਨਾਨਕ, ਤੇ ਉਹ ਐਡਰੈਸ ਫਿਰ ਆਪਣੇ ਅੰਤਰੀਵ ਨੂੰ ਕਰ ਰਿਹਾ। ਨਾਨਕ ਹੀ ਬੋਲਿਆ ਗਿਆ, ਆਪਣੇ ਆਪ ਨੂੰ ਹੀ ਐਡਰੈਸ ਹੋ ਗਿਆ, ਕਿਉਂਕਿ ਉਹ ਜਿਹੜਾ ਮੀਨਿੰਗ ਅਗਲਾ ਹੈਗਾ ਨਾ, ਉਹ ਮੇਰੇ ਵਾਸਤੇ ਹੈ। ਹੁਕਮੀ ਆਵ ਹੋ ਜਾਹੋ, ਵੀ ਹੁਕਮ ਵਿੱਚ ਸਾਰੇ ਲੋਕ ਆ ਰਹੇ ਨੇ, ਜਾ ਰਹੇ ਨੇ। ਠੀਕ ਹੈ, ਹਾਂਜੀ ਬੇਟਾ ਪਾਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ Bye. ਜੀ ਕੀ ਫਤਿਹ।